प्रभु ਦੇ ਵਚਨ ਦੇ ਵਿੱਚ ਅੱਜ ਅਸੀਂ 16ਵੇਂ ਚੈਪਟਰ ਤੇ ਪਹੁੰਚ ਚੁੱਕੇ ਔਰ ਇਸ ਤੋਂ ਪਹਿਲਾਂ ਅਸੀਂ 16ਵਾਂ ਚੈਪਟਰ ਸ਼ੁਰੂ ਕਰੀਏ। ਕੋਈ ਜਾਣਾ ਇਸ ਦੀਆਂ 15ਵੇਂ ਦੀਆਂ ਅਸੀਂ ਇਸ ਨੂੰ ਸਿਰਫ ਪੜਾਂਗੇ 15ਵੇਂ ਚੈਪਟਰ ਨੂੰ। ਉਸ ਦੇ ਵਿੱਚੋਂ ਮੈਂ ਕੁਝ ਐਕਸਪਲੇਨ ਨਹੀਂ ਕਰੂੰਗਾ ਕਿਉਂਕਿ ਉਹ ਇੱਕ ਤਰ੍ਹਾਂ ਦੀ 16ਵੇਂ ਚੈਪਟਰ ਦੀ ਬਣੇਗਾ। ਔਰ ਆਓ ਅਸੀਂ 15ਵੇਂ ਚੈਪਟਰ ਨੂੰ 1 ਤੋਂ ਲੈ ਕੇ 21 ਆਇਤ तक देखिए जिसमें मिल जाए उसमें। मैं पढ़ दूंगी पास्टर जी। Go ahead. ਪਰਮੇਸ਼ਵਰ ਦਾ ਅਬਰਾਮ ਨਾਲ ਨੇਮ। ਇਸ ਦੇ ਪਿੱਛੋਂ ਪ੍ਰਭੂ ਨੇ ਅਬਰਾਮ ਨੂੰ ਦਰਸ਼ਨ ਦੇ ਕੇ ਕਿਹਾ, ਅਬਰਾਮ ਕਿਸੇ ਤਰ੍ਹਾਂ ਦਾ ਡਰ ਨਾ ਰੱਖ, ਮੈਂ ਤੇਰੀ ਹਰ ਖਤਰੇ ਤੋਂ ਰੱਖਿਆ ਕਰਾਂਗਾ, ਤੈਨੂੰ ਬਦਲੇ ਵਿੱਚ ਬਹੁਤ ਮਿਲੇਗਾ। ਅਬਰਾਮ ਨੇ ਉੱਤਰ ਦਿੱਤਾ, ਹੈ ਪ੍ਰਭੂ ਪਰਮੇਸ਼ਵਰ, ਤੂੰ ਮੈਨੂੰ ਕੀ ਦੇਵੇਂਗਾ, ਕਿਉਂਕਿ ਮੈਂ ਅਜੇ ਵੀ ਨਿਸੰਤਾਨ ਹਾਂ। ਮੇਰੇ ਘਰ ਦਾ ਵਾਰਸ ਤਾਂ ਦਮਿਸ਼ਕੀ ਅਲੀ ਅਜ਼ਰ ਹੋਵੇਗਾ। ਸੋ ਤੂੰ ਤਾਂ ਮੈਨੂੰ ਕੋਈ ਸੰਤਾਨ ਨਹੀਂ ਦਿੱਤੀ, ਇਸ ਲਈ ਮੇਰੇ ਘਰ ਜੰਮਿਆ ਮੇਰਾ ਕੋਈ ਦਾਸ ਹੀ ਮੇਰੇ ਘਰ ਵਾਰ ਦਾ ਮੇਰੇ ਪਿੱਛੋਂ ਵਾਰਸ ਹੋਵੇਗਾ। ਪਰ ਪ੍ਰਭੂ ਦਾ ਬੋਲ ਅਬਰਾਮ ਨੇ ਫਿਰ ਸੁਣਿਆ, ਨਹੀਂ, ਤੇਰਾ ਵਾਰਸ ਇਹ ਦਾਸ ਨਹੀਂ ਹੋਵੇਗਾ, ਸਗੋਂ ਤੇਰਾ ਆਪਣਾ ਪੁੱਤਰ ਤੇਰਾ ਵਾਰਸ ਹੋਵੇਗਾ। ਪ੍ਰਭੂ ਅਬਰਾਮ ਨੂੰ ਬਾਹਰ ਲੈ ਗਿਆ ਤੇ ਕਿਹਾ, ਤਾਰਿਆਂ ਦੀ ਗਿਣਤੀ ਕਰ, ਤੇਰੀ ਸੰਤਾਨ ਇਹਨਾਂ ਜਿੰਨੀ ਹੀ ਹੋਵੇਗੀ। ਅਬਰਾਮ ਨੇ ਪ੍ਰਭੂ ਤੇ ਵਿਸ਼ਵਾਸ ਕੀਤਾ ਅਤੇ ਇਸ ਲਈ ਪ੍ਰਭੂ ਨੇ ਵੀ ਉਸਨੂੰ ਆਪਣੇ ਸਾਹਮਣੇ ਉਚਿਤ ਠਹਿਰਾਇਆ। ਤਦ ਪ੍ਰਭੂ ਨੇ ਅਬਰਾਮ ਨੂੰ ਕਿਹਾ, ਮੈਂ ਹੀ ਤੈਨੂੰ ਕਸਦੀਆਂ ਦੇ ਨਗਰ ਊਰ ਤੋਂ ਕੱਢ ਕੇ ਲਿਆਇਆ ਕਿ ਤੈਨੂੰ ਇਹ ਧਰਤੀ ਦੇਵਾਂ। ਅਬਰਾਮ ਨੇ ਪ੍ਰਭੂ ਤੋਂ ਪੁੱਛਿਆ, ਹੇ ਪ੍ਰਭੂ ਪਰਮੇਸ਼ਵਰ, ਮੈਂ ਕਿਸ ਤਰ੍ਹਾਂ ਜਾਣਾ ਕਿ ਇਸ ਧਰਤੀ ਦਾ ਵਾਰਸ ਮੈਂ ਬਣਾਂਗਾ। ਪ੍ਰਭੂ ਨੇ ਅਬਰਾਮ ਨੂੰ ਕਿਹਾ, ਮੇਰੇ ਲਈ ਇੱਕ ਵਹਿੜ, ਇੱਕ ਬੱਕਰੀ ਅਤੇ ਇੱਕ ਛਤਰਾ ਲੈ ਕੇ ਆ, ਜਿਨ੍ਹਾਂ ਦੀ ਉਮਰ 3-3 ਸਾਲ ਦੀ ਹੋਵੇ। ਇਹਨਾਂ ਦੇ ਨਾਲ ਇੱਕ ਘੁੱਗੀ ਤੇ ਕਬੂਤਰ ਦਾ ਬੱਚਾ ਲੈ ਕੇ ਆ। ਅਬਰਾਮ ਇਹ ਸਭ ਚੀਜ਼ਾਂ ਲੈ ਕੇ ਆਇਆ ਅਤੇ ਜਾਨਵਰ ਦੇ ਉਸਨੇ 2-2 ਟੋਟੇ ਕੀਤੇ ਜੋ ਇੱਕ ਦੂਜੇ ਦੇ ਉੱਤੇ ਉਸਨੇ ਰੱਖ ਦਿੱਤੇ, ਪਰ ਉਸਨੇ ਪੰਛੀਆਂ ਦੇ ਟੋਟੇ ਨਾ ਕੀਤੇ। ਸ਼ਿਕਾਰੀ ਪੰਛੀ ਉਹਨਾਂ ਉੱਤੇ ਝਪਟਦੇ ਸਨ, ਪਰ ਅਬਰਾਮ ਉਹਨਾਂ ਨੂੰ ਉਡਾ ਦਿੰਦਾ ਸੀ। ਫਿਰ ਜਦੋਂ ਸੂਰਜ ਡੁੱਬ ਰਿਹਾ ਸੀ ਤਾਂ ਅਬਰਾਮ ਗੂੜੀ ਨੀਂਦੇ ਸੌਂ ਗਿਆ ਅਤੇ ਉਸਨੂੰ ਇੱਕ ਡਰਾਉਣੇ ਹਨੇਰੇ ਨੇ ਆ ਘੇਰਿਆ। ਪ੍ਰਭੂ ਨੇ ਅਬਰਾਮ ਨੂੰ ਕਿਹਾ, ਤੇਰਾ ਵੰਸ਼ ਪਰਾਏ ਦੇਸ਼ ਵਿੱਚ ਪਰਦੇਸੀ ਹੋ ਕੇ ਰਹੇਗਾ, ਉੱਥੋਂ ਦੇ ਲੋਕ ਉਹਨਾਂ ਤੇ ਅਤਿਆਚਾਰ ਕਰਨਗੇ ਅਤੇ 400 ਸਾਲਾਂ ਤੱਕ ਉਹਨਾਂ ਨੂੰ ਆਪਣੇ ਦਾਸ ਬਣਾਈ ਰੱਖਣਗੇ। ਪਰ ਪਿੱਛੋਂ ਮੈਂ ਉਸ ਕੌਮ ਦਾ ਨਿਆਂ ਕਰਾਂਗਾ ਜਿਸ ਦੀ ਉਹ ਸੇਵਾ ਕਰਨਗੇ, ਅਤੇ ਤਦ ਤੇਰਾ ਵੰਸ਼ ਬਹੁਤ ਸਾਰਾ ਧਨ ਮਾਲ ਉੱਥੋਂ ਲੈ ਕੇ ਨਿਕਲ ਆਵੇਗਾ। ਪਰ ਤੂੰ ਸ਼ਾਂਤੀ ਨਾਲ ਆਪਣੇ ਪੁਰਖਿਆਂ ਨਾਲ ਜਾ ਮਿਲੇਗਾ ਅਤੇ ਲੰਮੀ ਉਮਰ ਦੇ ਪਿੱਛੋਂ ਤੂੰ ਕਬਰ ਵਿੱਚ ਰੱਖਿਆ ਜਾਵੇਂਗਾ। ਤੇਰੀ ਚੌਥੀ ਪੁਸ਼ਤ ਇੱਥੇ ਵਾਪਸ ਆਵੇਗੀ, ਕਿਉਂਕਿ ਮੈਂ ਅਮੋਰੀ ਲੋਕਾਂ ਨੂੰ ਇੱਥੋਂ ਉਸ ਸਮੇਂ ਤੱਕ ਨਹੀਂ ਕੱਢਾਂਗਾ ਜਦੋਂ ਤੱਕ ਉਹਨਾਂ ਦੀ ਬੁਰਾਈ ਦੀ ਹੱਦ ਪੂਰੀ ਨਾ ਹੋ ਜਾਵੇ। ਫਿਰ ਜਦੋਂ ਸੂਰਜ ਡੁੱਬ ਗਿਆ ਤੇ ਹਨੇਰਾ ਹੋ ਗਿਆ ਤਾਂ ਇੱਕ ਧੂਏਦਾਰ ਵਲ ਦਾ ਬਰਤਨ ਅਤੇ ਮਿਸਾਲ ਜਾਨਵਰਾਂ ਦੇ ਹੋਇਆਂ ਵਿੱਚੋਂ ਦੀ ਲੰਘੀ। ਉਸ ਸਮੇਂ ਪ੍ਰਭੂ ਨੇ ਅਬਰਾਮ ਨਾਲ ਇਹ ਕਹਿ ਕੇ ਨੇਮ ਬੰਨਿਆ, ਤੇਰੇ ਵੰਸ਼ ਨੂੰ ਮੈਂ ਸਾਰੀ ਧਰਤੀ ਦਿੰਦਾ ਹਾਂ, ਮਿਸਰ ਦੇ ਦਰਿਆ ਤੋਂ ਲੈ ਕੇ ਵੱਡੇ ਦਰਿਆ ਫਰਾਤ ਤੱਕ, ਕੇਨੀਆਂ ਦੀ, ਕਨੀਜੀਆਂ ਦੀ, ਕਦੋਮੀਆਂ ਦੀ, ਹਿੱਤੀਆਂ ਦੀ, ਪ੍ਰਿਜੀਆਂ ਦੀ, ਰਫਾਇਮਾਂ ਦੀ, ਅਮੋਰੀਆਂ ਦੀ, ਕਨਾਨੀਆਂ ਦੀ, ਗਰਾਸੀਆਂ ਦੀ ਅਤੇ ਜਬੂਸੀਆਂ ਦੀ। ਆਮੀਨ। ਸੋ ਪ੍ਰਭੂ ਦੇ ਵਚਨ ਦੇ ਵਿੱਚ ਜਿਹੜੀ ਅਸੀਂ ਇੱਥੇ ਖਾਸ ਚੀਜ਼ ਦੇਖਦੇ ਪਏ ਹਾਂ ਉਹ ਹੈ ਅਬਰਾਮ ਦਾ ਡਰ। ਉਹ ਇੱਕ ਯੁੱਧ ਤੋਂ ਹਾਲੇ ਵਾਪਸ ਆਇਆ, ਉਸਦਾ ਜਿਹੜਾ ਭਤੀਜਾ ਆ ਉਹ ਜਿੱਥੇ ਰਹਿ ਰਿਹਾ ਬੇਸਿਕਲੀ ਉਹਨਾਂ ਦੇ ਰੰਗ ਦੇ ਵਿੱਚ ਰੰਗਿਆ ਜਾ ਚੁੱਕਾ। ਲੇਕਿਨ ਜਿਸ ਵੇਲੇ ਉਹ ਪ੍ਰਭੂ ਨੇ ਉਸਨੂੰ ਆਵਾਜ਼ ਦਿੱਤੀ ਆ ਤੇ ਉਸਨੂੰ ਬੁਲਾਇਆ ਤੇ ਪ੍ਰਭੂ ਨੇ ਉਸਨੂੰ 3 ਚੀਜ਼ਾਂ ਕਹੀਆਂ ਕਿ ਸਭ ਤੋਂ ਪਹਿਲਾਂ ਉਸਨੇ ਜਿਹੜੀ ਮੇਨ ਚੀਜ਼ ਆ ਉਸਨੂੰ ਦਰਸ਼ਨ ਦੇ ਕੇ ਕਿਹਾ। ਦੂਸਰੀ ਚੀਜ਼ ਜਿਹੜੀ ਇਸ ਵਚਨ ਦੇ ਵਿੱਚ ਆਉਂਦੀ ਹੈ, ਤੂੰ ਕਿਸੇ ਤਰ੍ਹਾਂ ਦਾ ਡਰ ਨਾ ਰੱਖ, I am your shield, ਮੈਂ ਤੇਰੀ ਢਾਲ। ਅਤੇ ਮੈਂ ਤੈਨੂੰ ਹਰ ਖਤਰੇ ਤੋਂ ਤੇਰੀ ਰੱਖਿਆ ਕਰਾਂਗਾ ਅਤੇ ਤੈਨੂੰ ਬਦਲੇ ਦੇ ਵਿੱਚ ਬਹੁਤ ਦੇਵਾਂਗਾ। ਸੋ ਅਬਰਾਮ ਨੇ ਉਹੀ ਸਵਾਲ ਪੁੱਛਿਆ ਜੋ ਉਹਦੇ ਦਿਲ ਦੇ ਅੰਦਰ ਸੀ ਕਿ ਪ੍ਰਭੂ, ਮੈਂ ਆਲਮੋਸਟ 84 ਸਾਲ ਦਾ ਹੋ ਚੁੱਕਾ, ਮੇਰੀ ਪਤਨੀ 74 ਸਾਲ ਦੀ ਹੋ ਚੁੱਕੀ ਹੈ ਤੇ ਉਸ ਦੀ ਗੱਲ ਦੇ ਵਿੱਚ ਕਿ ਛੋਟਾ ਜਿਹਾ ਪ੍ਰਭੂ ਦੇ ਲਈ ਮਿਹਣਾ ਵੀ ਸੀ, ਤੂੰ ਮੈਨੂੰ ਕੀ ਦੇਵੇਂਗਾ, ਮੈਂ ਤਾਂ ਹਾਲੇ ਵੀ ਨਿਸੰਤਾਨ।
ਜੇ ਤੂੰ ਮੈਨੂੰ ਬਦਲੇ ਵਿੱਚ ਬਹੁਤ ਕੁਝ ਦੇ ਵੀ ਦੇਵੇਂਗਾ ਤਾਂ ਮੇਰੇ ਨੌਕਰ ਨੂੰ ਮਿਲੇ। ਸੋ ਪ੍ਰਭੂ ਨੇ ਅਬਰਾਮ ਨੂੰ ਕਿਹਾ ਕਿ ਬਾਹਰ ਨਿਕਲ ਕੇ ਤਾਰਿਆਂ ਨੂੰ ਗਿਣਤੀ ਕਰ। ਤੂੰ ਕਰ ਸਕਦਾ ਸਵਾਲ ਜਵਾਬ ਸੀ ਕਿ ਨਹੀਂ, ਮੈਂ ਤੈਨੂੰ ਇੰਨੀ ਸੰਤਾਨ ਦਊਂ। ਸੋ ਅਬਰਾਹਮ ਨੇ ਪ੍ਰਭੂ ਦੇ ਉੱਤੇ ਭਰੋਸਾ ਕੀਤਾ। ਅਬਰਾਹਮ ਨੇ ਪ੍ਰਭੂ ਦੇ ਉੱਤੇ ਵਿਸ਼ਵਾਸ ਕੀਤਾ। ਸੋ ਪ੍ਰਭੂ ਨੇ ਉਸ ਦੇ ਵਿਸ਼ਵਾਸ ਨੂੰ ਦੇ ਕਾਰਨ ਹੀ ਉਸ ਨੂੰ ਆਪਣੇ ਸਾਹਮਣੇ ਉਚਿਤ ਠਹਿਰਾਇਆ। ਔਰ ਫਿਰ ਉਸ ਤੋਂ ਬਾਅਦ ਪ੍ਰਭੂ ਨੇ ਉਸ ਨੂੰ ਸਾਰੀਆਂ ਚੀਜ਼ਾਂ ਦੱਸੀਆਂ। ਇੱਥੇ ਪ੍ਰਭੂ ਨੇ ਉਸ ਦੇ ਕੋਲੋਂ ਬਲੀ ਮੰਗੀ। ਉਸ ਬਲੀ ਦੇ ਵਿੱਚ ਉਸਨੇ ਜੋ ਅਬਰਾਮ ਨੂੰ ਕਿਹਾ, ਇੱਕ ਬੱਕਰੀ, ਇੱਕ ਛਤਰਾ, ਇੱਕ ਬੈੜ ਔਰ ਤਿੰਨਾਂ ਦੇ, ਔਰ ਇਸੇ ਤਰ੍ਹਾਂ ਇੱਕ ਘੁੱਗੀ, ਇੱਕ ਕਬੂਤਰ ਦਾ ਬੱਚਾ। ਸੋ ਅਬਰਾਮ ਨੇ ਉਹ ਸਾਰੀਆਂ ਚੀਜ਼ਾਂ ਲਿਆਂਦੀਆਂ ਔਰ ਇੱਕ ਜਾਨਵਰ ਉਸ ਦੇ ਉੱਤੇ ਚਪਟ ਗਏ ਸੀ, ਪਰ ਅਬਰਾਮ ਉਹਨਾਂ ਨੂੰ ਉਡਾ ਦਿੰਦਾ ਸੀ। ਇਸ ਆਇਤ ਦੇ ਵਿੱਚ ਬਹੁਤ ਕੁਛ ਆ, ਇਹ ਅਸੀਂ ਅੱਗੇ ਜਾ ਕੇ ਦੇਖਾਂਗੇ। ਔਰ ਫਿਰ ਜਦੋਂ ਅਬਰਾਮ ਸੂਰਜ ਡੁੱਬ ਗਿਆ ਤੇ ਪ੍ਰਭੂ ਨੇ ਉਸ ਦੇ ਉੱਤੇ ਗੂੜੀ ਨੀਂਦ ਕੀਤੀ। ਔਰ ਉਸ ਨੀਂਦ ਦੇ ਵਿੱਚ ਪ੍ਰਭੂ ਨੇ ਉਸਦੇ ਨਾਲ ਸਾਰੇ ਤਰ੍ਹਾਂ ਦੇ ਵਾਅਦੇ ਕੀਤੇ। ਉਸਨੂੰ ਬੇਸਿਕਲੀ ਪ੍ਰਕਾਸ਼ ਦੀ ਪੋਥੀ ਜਿਹੜੀ ਸੀ, ਉਸ ਨੂੰ ਪ੍ਰਕਾਸ਼ ਦੀ ਪੋਥੀ, ਇਹ ਅਬਰਾਮ ਦੀ ਪ੍ਰਕਾਸ਼ ਦੀ ਪੋਥੀ ਔਰ ਇਹ ਜਾਸ਼ੂਆ ਦੇ ਵਿੱਚ ਜਾ ਕੇ ਫਿਨਿਸ਼ ਹੋ ਜਾਣੀ। ਔਰ ਜਿਸ ਤਰ੍ਹਾਂ ਜਾਸ਼ੂਆ ਪ੍ਰਭੂ ਦੇ ਲੋਕਾਂ ਨੂੰ, ਅਬਰਾਮ ਦੀ ਸੰਤਾਨ ਨੂੰ ਲੈ ਕੇ ਵਾਅਦੇ ਦੀ ਧਰਤੀ ਜੋ 17 ਤੋਂ ਲੈ ਕੇ ਅਸੀਂ 21 ਤਾਈਂ ਦੇਖਦੇ ਹਾਂ, ਜਾਂ ਉਸੇ ਤਰ੍ਹਾਂ ਸਾਡਾ ਜਾਸ਼ੂਆ ਜੋ ਉਸਨੇ ਵਾਅਦਾ ਸਾਡੇ ਨਾਲ ਪ੍ਰਭੂ ਨੇ ਕੀਤਾ, ਉਹ ਉਸ ਨੂੰ ਪੂਰਾ ਕਰੇਗਾ। ਉਹ ਸਾਨੂੰ ਉਸ ਵਾਅਦੇ ਦੀ ਧਰਤੀ ਤੇ ਲੈ ਕੇ ਜਾਏਗਾ ਜੋ ਸਾਡੀ। ਔਰ ਇਸ ਕਰਕੇ ਪ੍ਰਭੂ ਨੇ ਜਿਸ ਵੇਲੇ ਉਸਦੇ ਲਈ ਨਾਮ ਘੱਲਿਆ ਸੀ ਯਿਸੂ ਦੇ ਲਈ, ਉਸਦਾ ਨਾਮ ਯਿਸੂ ਰੱਖਣਾ। ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਏਗਾ। ਸੋ ਪ੍ਰਭੂ ਨੇ ਉਸ ਦੇ ਨਾਲ ਇਹ ਸਾਰਾ ਵਾਅਦੇ ਕੀਤੇ ਔਰ ਪ੍ਰਭੂ ਇਹਨਾਂ ਵਾਅਦਿਆਂ ਨੂੰ ਰੱਖਣ ਵਾਲਾ ਪਰਮੇਸ਼ਵਰ ਅਸੀਂ ਅੱਗੇ ਜਾ ਕੇ ਦੇਖਾਂਗੇ। ਜਿਸ ਲਈ ਅਸੀਂ 16ਵੇਂ ਭਾਗ ਦੇ ਵਿੱਚ ਆ ਜਾਂਦੇ ਹਾਂ ਤਾਂ ਇੱਥੇ ਬਹੁਤ ਭਾਰੀ ਗਲਤੀ ਸਰਾਈ ਨੇ ਕਰਨੀ। ਪ੍ਰਭੂ ਨੇ ਅਬਰਾਮ ਨੂੰ ਇੱਕ ਵਾਅਦਾ ਦਿੱਤਾ ਹੈ, ਹੁਣ ਉਹ ਸੀਲ ਵੀ ਹੋ ਚੁੱਕਾ। ਬਲੀ ਦੇ ਨਾਲ ਉਸ ਨੂੰ ਸੀਲ ਕਰ ਦਿੱਤਾ ਗਿਆ, ਉਸ ਦੇ ਉੱਤੇ ਮੋਹਰ ਲੱਗ ਗਈ। ਸਟਾਰ ਪਰ ਇੱਥੇ ਅਬਰਾਮ ਦੀ ਪਤਨੀ ਸਰਾਈ ਦੇ ਘਰ ਕੋਈ ਸੰਤਾਨ ਪੈਦਾ ਨਹੀਂ ਹੋਈ ਸੀ। ਉਸਦੇ ਕੋਲ ਇੱਕ ਮਿਸਰੀ ਦਾਸੀ ਸੀ ਜਿਸ ਦਾ ਨਾਮ ਹਾਜਰਾ ਸੀ। ਸਰਾਈ ਨੇ ਅਬਰਾਮ ਨੂੰ ਕਿਹਾ, ਪ੍ਰਭੂ ਨੇ ਮੈਨੂੰ ਕੋਈ ਸੰਤਾਨ ਨਹੀਂ ਦਿੱਤੀ ਹੈ, ਤੁਸੀਂ ਮੇਰੀ ਦਾਸੀ ਦੇ ਨਾਲ ਸੰਗ ਕਰੋ। ਔਰ ਦੇਖੋ ਜਿਹੜਾ ਸ਼ਬਦ ਉਸਨੇ ਇੱਥੇ ਬੋਲਿਆ, ਮੇਰੀ ਦਾਸੀ ਨਾਲ ਸੰਗ ਕਰੋ, ਸ਼ਾਇਦ ਪ੍ਰਭੂ ਉਸ ਦੇ ਦੁਆਰਾ ਮੈਨੂੰ ਸੰਤਾਨ ਦੇਵੇ। ਇੱਥੇ ਇਹਨਾਂ ਚੀਜ਼ਾਂ ਨੂੰ ਬੜੇ ਧਿਆਨ ਦੇ ਨਾਲ ਦੇਖਣਾ ਪੈਣਾ ਕਿ ਮਿਸਰੀ ਦਾਸੀ ਜਿਹੜੀ ਆ ਉਸਦੇ ਨਾਲ ਤੂੰ ਪ੍ਰਭੂ ਸ਼ਾਇਦ ਮੈਨੂੰ ਸੰਤਾਨ ਦੇ। ਔਰ ਇਹ ਸਰਾਈ ਨੇ 1883 ਸਾਲ ਜਿਸਲੇ ਪ੍ਰਭੂ ਨੇ ਦਰਸ਼ਨ ਦਿੱਤਾ ਸੀ, ਉਦੋਂ ਤੋਂ ਕਹਿਣਾ ਸ਼ੁਰੂ ਕੀਤਾ ਸੀ।
सो जिहड़ी हुण असीं दूसरी आयत दा जिहड़ा ए पार्ट आ, इत्थे 1883 साल लिख लो मसीह दे आउण तो पहला, और जिथे अब्राहम ने सराई दी गल मन्नी आ उत्थे लिख लो 1882। 1882 और जिहड़ा साडे कोल इब्रानी लिटरेचर पिया, क्योंकि ये साडियां जिहड़ियां बहुतियां ये बाइबल आ, ये सैप्ट्यूजेंट तो ट्रांसलेट कीतियां गईयां। सैप्ट्यूजेंट जिसले बहुत सारे रोमिया ने और ग्रीक लोगों ने प्रभु नूं स्वीकार कर लिया सी, यसू नूं स्वीकार कर लिया सी, ते उस वेले कॉन्स्टेंटीन दे टाइम दे उत्ते अबाउट 350 साल दे इर्द गिर्द, मसीह दे आउण तो बाद 350 साल दे आउण तो बाद उसने कहा सी कि तुसीं पुराने नियम नूं सानू ग्रीक दे विच ट्रांसलेट करके दिओ, हीब्रू तो ते आरामी भाषा तो, अबरानी तो ते आरामी भाषा तो सानू ग्रीक दे विच ट्रांसलेट करके दिओ। सो उसनू सैप्ट्यूजेंट कहा जाता, सैप्ट्यूजेंट कहा जाता इस करके ਉਹਦੇ ਵਿੱਚ ਇਹ ਅੱਖਰ ਸਿੱਧਾ ਹੀ ਆ ਜਾਂਦਾ ਕਿ ਅਬਰਾਮ ਨੇ ਉਸਦੀ ਗੱਲ ਮੰਨ ਲਈ। ਲੇਕਿਨ ਜਿਹੜਾ ਇੱਥੇ ਅੱਖਰ ਆਉਂਦਾ ਉਹ ਹੈ ਆਖਰ, ਅਬਰਾਮ ਨੇ ਉਸਦੀ ਗੱਲ ਮੰਨ ਲਈ। ਸੋ ਹੁਣ ਜਿਹੜਾ ਉਹ ਪੰਛੀ ਜਿਹੜਾ ਝਪਟਦਾ ਪਿਆ ਉਹ ਆ ਚੁੱਕਾ, ਉਹਨੇ ਹੁਣ ਅਯੂਬ ਦੇ ਵੱਲੋਂ ਮੂੰਹ ਮੋੜ ਲਿਆ, ਕਿਉਂਕਿ ਉਸਨੂੰ ਪਤਾ ਅਯੂਬ ਨੇ, ਪ੍ਰਭੂ ਨੇ ਕੋਈ ਹੋਰ ਚੁਣਿਆ, ਉਸਨੇ ਅਯੂਬ ਨੂੰ ਨਹੀਂ ਚੁਣਿਆ। ਔਰ ਉਹਦੇ ਪਿੱਛੇ ਇੱਕ ਕਾਰਨ ਉਹ ਅਸੀਂ ਅੱਗੇ ਜਾ ਕੇ ਦੇਖਾਂਗੇ, ਕਿਉਂ ਇਸ ਉਸਨੇ ਇੱਥੇ ਆਇਆ ਔਰ ਉਹੀ ਅਦਨ ਦੇ ਬਾਗ ਵਾਲੀ ਚਾਲ ਉਸਨੇ ਫਿਰ ਖੇਲੀ, ਸਰਾਈ ਦੇ ਨਾਲ ਖੇਲੀ। ਤੇ ਤੁਹਾਡੇ ਤਾਂ ਇਹ ਬੇਸਿਕਲੀ ਇੱਕ ਲਾ ਆ ਤੁਹਾਡੇ ਤਾਂ, ਕਿ ਅਗਰ ਮਾਲਕਣ ਦੇ ਘਰ ਦੇ ਵਿੱਚ ਉਸ ਤੋਂ ਆਪਣੇ ਤੋਂ ਕੋਈ ਔਲਾਦ ਹੈ ਨਹੀਂ ਤਾਂ ਉਹ ਆਪਣੀ ਦਾਸੀ ਆਪਣੇ ਪਤੀ ਨੂੰ ਦਏ, ਔਰ ਉਹ ਦਾਸੀ ਜਿਸਲੇ ਬੱਚੇ ਨੂੰ ਜਨਮ ਦਏ ਉਹ ਮਾਲਕਣ ਦੀ ਗੋਦੀ ਦੇ ਵਿੱਚ ਬਹਿ ਕੇ ਜਨਮ ਦਏ ਤਾਂ ਉਹ ਬੱਚਾ ਮਾਲਕਣ ਦਾ। ਇਹ ਇਬਰਾਨੀਆਂ ਦੇ ਵਿੱਚ ਇੱਕ ਚੱਲੀ ਆਉਂਦੀ ਇੱਕ ਰੀਤ ਸੀ ਉਹਨਾਂ ਦੀ। ਸੋ ਉਸਨੇ ਕਿਹਾ ਮੈਂ ਤਾਂ ਹੈ ਨਹੀਂ ਗੀ, ਸੋ ਮੈਂ ਤੈਨੂੰ ਆਪਣੀ ਦਾਸੀ ਦਿੰਨੀ ਆ ਜਿਸ ਦੇ ਉੱਤੇ ਜਿਸਦੀ ਮਾਲਕਣ ਮੈਂ, ਰਾਈਟ। ਇਹ ਕੋਈ ਮਾਲਕ ਨੌਕਰ ਵਾਲਾ ਨਹੀਂ ਹੁੰਦਾ ਸੀਗਾ। ਇਹ ਸਵਾਲ ਇਹ ਹੁੰਦਾ ਸੀ ਕਿ ਜਿੱਦਾਂ ਜਿਹੜੀਆਂ ਦਾਸੀਆਂ ਹੁੰਦੀਆਂ ਸੀਗੀਆਂ ਜਾਂ ਦਾਸ ਹੁੰਦੇ ਸੀ ਉਹ ਬੇਸਿਕਲੀ ਪ੍ਰੋਪਰਟੀ ਹੁੰਦੇ ਸੀ, ਕਿ ਮੇਰੀ ਪ੍ਰੋਪਰਟੀ ਹੈ, ਮੈਂ ਉਹਨੂੰ ਜਿੱਦਾਂ ਮਰਜ਼ੀ ਯੂਜ਼ ਕਰਾਂ, ਸੋ ਮੈਂ ਤੈਨੂੰ ਉਹ ਦਿੰਨੀ ਆ, ਉਹ ਤੋਂ ਤੂੰ ਮੈਨੂੰ ਸੰਤਾਨ ਪੈਦਾ ਕਰਕੇ ਦੇ। ਸੋ ਆਖਰ ਉਸਨੇ ਉਸਦੀ ਗੱਲ ਮੰਨ ਲਈ। ਇਟ ਵਾਸ 1882। ਤਦ ਸਰਾਈ ਨੇ ਆਪਣੀ ਦਾਸੀ ਹਾਜਰਾ ਨੂੰ ਆਪਣੇ ਪਤੀ ਨੂੰ ਉਸਦੀ ਪਤਨੀ ਹੋਣ ਦੇ ਲਈ ਦੇ ਦਿੱਤਾ। ਅਬਰਾਮ ਨੇ ਇੱਥੇ ਪਤਨੀ ਨਹੀਂ, ਇੱਥੇ ਸ਼ਬਦ ਪਤਨੀ ਨਹੀਂ ਆਉਂਦਾ ਹੈਗਾ, ਉਸਨੇ ਉਸ ਨੂੰ ਦੇ ਦਿੱਤਾ। ਸਿੰਪਲੀ ਇਹ ਟ੍ਰਾਂਸਲੇਸ਼ਨ ਦੇ ਵਿੱਚ ਆਉਂਦਾ। ਅਬਰਾਮ ਉਸ ਸਮੇਂ ਕਨਾਨ ਦੇ ਵਿੱਚ 10 ਸਾਲ ਰਹਿ ਚੁੱਕਾ ਸੀ। ਸੋ ਅਬਰਾਮ ਨੇ ਹਾਜਰਾ ਦੇ ਨਾਲ ਸੰਗ ਕੀਤਾ, ਉਹ ਗਰਭਵਤੀ ਹੋਈ ਔਰ ਇਸ ਤੇ ਹਾਜਰਾ ਨੂੰ ਘਮੰਡ ਹੋਣ ਲੱਗਾ ਅਤੇ ਉਹ ਸਰਾਈ ਨੂੰ ਤੁੱਛ ਸਮਝਣ ਲੱਗੇ। ਹੁਣ ਦੋ ਜਿਹੜੇ ਦੋ ਉਹਨਾਂ ਦੇ ਜਿਸ ਤਰ੍ਹਾਂ ਤੁਸੀਂ ਕਹ ਲਓ ਕਲਚਰ ਆ, ਉਹ ਕ੍ਰੈਸ਼ ਹੋਣੇ ਸ਼ੁਰੂ ਹੋ ਗਏ, ਕਿਉਂਕਿ ਇਜਿਪਟ ਦੇ ਵਿੱਚ ਚੀਜ਼ ਬਿਲਕੁਲ ਵੱਖਰੀ ਹੈ। ਇਜਿਪਟ ਦੇ ਵਿੱਚ ਇਹ ਆ ਕਿ ਜੇ ਪਹਿਲੀ ਪਤਨੀ ਤੋਂ ਬੱਚਾ ਨਹੀਂ ਪੈਦਾ ਹੁੰਦਾ
ਤੇ ਉਹ ਕਿਸੇ ਨੂੰ ਆਪਣੇ ਪਤੀ ਨੂੰ ਦਿੰਦੀ ਆ ਬੱਚਾ ਪੈਦਾ ਕਰਨ ਦੇ ਲਈ, ਤੇ ਹੁਣ ਉਹ ਦੋਨੇ ਬਰਾਬਰ, ਉਹ ਹੁਣ ਦੋਨੋਂ ਬਰਾਬਰ, ਔਰ ਸੰਤਾਨ ਵੀ ਦੋਨਾਂ ਦੀ ਸਮਝੀ ਜਾਏ। ਉਹਨਾਂ ਦਾ ਕਲਚਰ ਵੱਖਰਾ ਹੈ, ਜਿੱਥੋਂ ਉਹ ਆਈ, ਜਿੱਥੇ ਉਹ ਪੜੀ। ਇਬਰਾਨੀ ਦਾ ਵੀ ਛੋਟਾ ਜਿਹਾ ਗਰੁੱਪ ਆ ਹਲੇ, ਉਹ ਤਾਂ ਬਹੁਤ ਵੱਡਾ, ਇੱਕ ਤਰ੍ਹਾਂ ਦਾ ਤੁਸੀਂ ਇਹ ਕਹ ਲਓ ਉਹਨਾਂ ਦਾ ਆਪਣਾ ਮੁਲਕ ਆ ਜਿਹੜਾ ਫੈਲਿਆ ਦੁਨੀਆ ਦੇ ਅੰਤਾਂ ਤੱਕ ਇਸ ਵੇਲੇ ਉਹਨਾਂ ਦਾ। ਸੋ ਉਹ ਉਸ ਕਲਚਰ ਤੋਂ ਆਈ ਹੈ। ਸੋ ਉੱਥੇ ਆ ਕੇ ਉਹਨਾਂ ਦੇ ਵਿੱਚ ਹੁਣ ਟਕਰਾਅ ਹੋਣਾ ਸ਼ੁਰੂ ਹੋ ਗਿਆ। ਸੋ ਕੋਈ ਜਾਣਾ, आओ इसमें असी चैप्टर ਨੂੰ ਖਤਮ ਕਰੀਏ। 5 ਆਇਤ ਤੋਂ ਲੈ ਕੇ ਅਸੀਂ ਇਸ ਨੂੰ ਇਹਦੀਆਂ ਸਿਰਫ 16 ਆਇਤਾਂ, ਇਸ ਨੂੰ 1 ਤੋਂ ਲੈ ਕੇ 16 ਆਇਤਾਂ ਤੱਕ ਕੋਈ ਜਾਣਾ ਇਸ ਨੂੰ ਪੜ੍ਹਦਾ ਹੈ। ਮੈਂ ਪੜ੍ਹ ਦਿੰਦਾ ਬਾਸ਼ੂ ਜੀ। ਮੇਰਾ ਸਰਾਈ ਨੇ ਅਬਰਾਮ ਨੂੰ ਕਿਹਾ, ਇਹ ਸਭ ਤੇਰੇ ਕਾਰਨ ਹੋਇਆ। ਮੈਂ ਤਾਂ ਆਪ ਆਪਣੀ ਦਾਸੀ ਤੈਨੂੰ ਦਿੱਤੀ, ਪਰ ਜਦੋਂ ਤੋਂ ਉਹ ਗਰਭਵਤੀ ਹੈ ਮੈਨੂੰ ਤੁਛ ਸਮਝਣ ਲੱਗ ਪਈ ਹੈ। ਪ੍ਰਭੂ ਤੇਰਾ ਅਤੇ ਮੇਰਾ ਆਪ ਨਿਆਂ ਕਰੇ। ਅਬਰਾਮ ਨੇ ਸਰਾਈ ਨੂੰ ਉੱਤਰ ਦਿੱਤਾ, ਦੇਖ ਤੇਰੀ ਦਾਸੀ ਆਪਣੇ ਅਧਿਕਾਰ ਵਿੱਚ ਹੈ, ਜੋ ਕੁਝ ਤੂੰ ਉਸ ਨਾਲ ਕਰਨਾ ਚਾਹੇ ਕਰ। ਤਦ ਸਰਾਈ ਨੇ ਉਸ ਨਾਲ ਸਖਤੀ ਕੀਤੀ ਤਾਂ ਹਾਜਰਾ ਉਸ ਕੋਲੋਂ ਨੱਠ ਗਈ। ਪ੍ਰਭੂ ਦੇ ਇੱਕ ਸਵਰਗਦੂਤ ਨੇ ਹਾਜਰਾ ਨੂੰ ਜੰਗਲ ਵਿੱਚ ਸੂਰ ਦੀ ਥਾਂ ਦੇ ਲਾਗਲੇ ਚਸ਼ਮੇ ਕੋਲ ਜਾ ਲੱਭਿਆ। ਉਸਨੇ ਹਾਜਰਾ ਨੂੰ ਕਿਹਾ, ਹੇ ਸਰਾਈ ਦੀ ਦਾਸੀ ਹਾਜਰਾ, ਤੂੰ ਕਿੱਥੋਂ ਆਈ ਹੈ ਅਤੇ ਕਿੱਥੇ ਜਾਣਾ ਹੈ? ਹਾਜਰਾ ਨੇ ਉੱਤਰ ਦਿੱਤਾ, ਮੈਂ ਆਪਣੀ ਮਾਲਕ ਸਰਾਈ ਕੋਲੋਂ ਨੱਠ ਆਈ ਹਾਂ। ਪਰ ਸਵਰਗਦੂਤ ਨੇ ਉਸਨੂੰ ਕਿਹਾ, ਤੂੰ ਉਸ ਕੋਲ ਵਾਪਸ ਜਾ ਅਤੇ ਉਸ ਦੇ ਅਧੀਨ ਰਹਿ। ਦੇਖ ਮੈਂ ਤੇਰੀ ਸੰਤਾਨ ਨੂੰ ਇੰਨੀ ਵਧਾਵਾਂਗਾ ਕਿ ਕੋਈ ਉਸ ਦੀ ਗਿਣਤੀ ਨਹੀਂ ਕਰ ਸਕੇਗਾ। ਤੇਰੇ ਇੱਕ ਪੁੱਤਰ ਪੈਦਾ ਹੋਵੇਗਾ, ਤੂੰ ਉਸ ਦਾ ਨਾਂ ਇਸ਼ਮਾਇਲ ਰੱਖਣਾ, ਕਿਉਂਕਿ ਪ੍ਰਭੂ ਨੇ ਦੁੱਖ ਦੀ ਤੇਰੀ ਪੁਕਾਰ ਸੁਣੀ ਹੈ। ਤੇਰਾ ਪੁੱਤਰ ਜੰਗਲੀ ਗਧੇ ਦੀ ਤਰ੍ਹਾਂ ਰਹੇਗਾ, ਉਹ ਹਰ ਇੱਕ ਦੇ ਵਿਰੁੱਧ ਉੱਠੇਗਾ ਅਤੇ ਹਰ ਕੋਈ ਉਸ ਦੇ ਵਿਰੁੱਧ ਉੱਠੇਗਾ। ਉਹ ਆਪਣੇ ਸਭ ਸਾਕ ਸੰਬੰਧੀਆਂ ਤੋਂ ਵੱਖ ਰਹੇਗਾ। ਹਾਜਰਾ ਨੇ ਇਹ ਕਿਹਾ, ਕਿ ਮੈਂ ਸੱਚਮੁੱਚ ਪ੍ਰਭੂ ਦੇ ਦਰਸ਼ਨ ਕੀਤੇ ਹਨ ਅਤੇ ਫਿਰ ਵੀ ਜਿਉਂਦੀ ਰਹੀ ਹਾਂ। ਉਸਨੇ ਅੱਗੇ ਕਿਹਾ, ਹੇ ਪ੍ਰਭੂ, ਤੂੰ ਦੇਖਣ ਵਾਲਾ ਪਰਮੇਸ਼ਰ ਹੈ, ਇਸ ਲਈ ਲੋਕ ਉਸ ਖੂਹ ਨੂੰ ਜੋ ਕਾਦੇਸ਼ ਅਤੇ ਬਰਦ ਦੇ ਵਿਚਕਾਰ ਹੈ, ਉਸ ਦਾ ਖੂਹ ਜੋ ਜਿਉਂਦਾ ਹੈ ਅਤੇ ਦੇਖਦਾ ਹੈ ਕਹਿੰਦੇ ਹਨ। ਸੋ ਹਾਜਰਾ ਨੇ ਅਬਰਾਮ ਲਈ ਇੱਕ ਪੁੱਤਰ ਨੂੰ ਜਨਮ ਦਿੱਤਾ, ਜਿਸ ਦਾ ਨਾਂ ਉਸਨੇ ਇਸ਼ਮਾਇਲ ਰੱਖਿਆ। ਇਸ਼ਮਾਇਲ ਦੇ ਜਨਮ ਸਮੇਂ ਅਬਰਾਮ ਦੀ ਉਮਰ 86 ਸਾਲਾਂ ਦੀ ਸੀ। 86 ਸਾਲਾਂ ਦੀ ਸੀ। ਸੋ 84 ਸਾਲ ਦੀ ਉਮਰ ਦੇ ਵਿੱਚ ਪ੍ਰਭੂ ਨੇ ਉਸਨੂੰ ਦਰਸ਼ਨ ਦਿੱਤਾ। ਜਿਸ ਵੇਲੇ ਅਸੀਂ ਮੂਵੀ ਦੇਖਦੇ ਪਏ ਸੀ ਤਾਂ ਜਿਸ ਵੇਲੇ ਅਸੀਂ ਵਚਨ ਪੜ੍ਹਦੇ ਪਏ ਸੀ ਤਾਂ ਜਿਹੜਾ ਮਲਕਾਇਜ਼ੇਦਕ ਆ, ਮਲਕੀਸਿਦਕ ਆ, ਉਹ ਅਬਰਾਮ ਦੇ ਕੋਲ ਚੌਥੇ ਭਾਵ ਦੀ 17ਵੀਂ ਆਇਤ ਦੇ ਕੋਲ ਆਉਂਦਾ, ਔਰ 17 ਤੋਂ ਲੈ ਕੇ 20 ਤੱਕ 3 ਆਇਤਾਂ ਇੱਥੇ ਆਉਂਦੀਆਂ। ਪਰ ਜਿਸ ਲਈ ਅਸੀਂ ਮੂਵੀ ਦੇਖਦੇ ਪਏ ਸੀ, ਉਹਨਾਂ ਨੇ ਇਸ ਹਿੱਸੇ ਨੂੰ ਮੂਵੀ ਦੇ ਵਿੱਚ ਜਿਹੜਾ ਪਲੇ ਕੀਤਾ, ਉਹ 15ਵੇਂ ਭਾਗ ਦੇ ਤੋਂ ਬਾਅਦ ਤੇ 16ਵੇਂ ਦੇ ਗੱਭੇ ਉਹਨਾਂ ਨੇ ਪਲੇ ਕੀਤਾ। ਐਂਡ ਦੈਟ ਇਜ਼ ਦ ਰਾਈਟ ਸਪੌਟ। ਇਹ ਬਿਲਕੁਲ ਸਹੀ ਜਗ੍ਹਾ ਹੈ ਉਸਦੀ, ਕਿਉਂਕਿ ਉਸਦਾ ਇੱਕ ਕਾਰਨ, ਜਿਸ ਵੇਲੇ ਅਸੀਂ ਹੁਣ ਉਮਰਾਂ ਦਾ ਲੇਖਾ ਦੇਖਦੇ ਪਏ ਹਾਂ ਪਿੱਛੇ, ਕੌਣ ਕਿੰਨੀ ਉਮਰ ਦਾ ਹੋ ਕੇ ਮਰਿਆ, ਪਰ ਜਿਸ ਵੇਲੇ ਅਸੀਂ ਦੇਖਦੇ ਪਏ ਸੀਗੇ ਸਪੈਸ਼ਲੀ ਮੇਰੇ ਨਾਲ ਪਿੱਛੇ 12ਵੇਂ ਭਾਵ ਦੇ ਵਿੱਚ ਆ ਜਾਓ, 11ਵੇਂ ਭਾਵ ਦੇ ਵਿੱਚ ਆ ਜਾਓ, 14 ਪੰਨਾ। ਔਰ ਪ੍ਰਭੂ ਨੇ, ਕਿਉਂਕਿ ਹੁਣ ਜਿਹੜਾ ਪ੍ਰਭੂ ਨੇ ਧਿਆਨ ਕੀਤਾ ਉਹ ਸ਼ੈਮ ਦੇ ਪਰਿਵਾਰ ਦੇ ਉੱਤੇ ਕਰ ਲਿਆ, ਔਰ ਸ਼ੈਮ ਤੋਂ ਬਾਅਦ ਉਸਦੇ ਪੁੱਤਰ, ਜਿਹੜਾ ਉਸਦਾ ਪੁੱਤਰ ਅਰਪਖਸ਼ਦ ਸੀਗਾ, ਉਸਦੇ ਉੱਤੇ ਉਸਨੇ ਆਪਣਾ ਧਿਆਨ ਕਰ ਲਿਆ ਔਰ ਉਹਦੇ ਖਾਨਦਾਨ ਤੇ ਧਿਆਨ ਕਰ ਲਿਆ। ਸੋ ਅਸੀਂ ਉਸਦੇ ਖਾਨਦਾਨ ਦੇ ਲੋਕਾਂ ਦੀਆਂ ਉਮਰਾਂ ਦੇਖਦੇ ਪਏ ਹਾਂ। ਸੋ ਜਿਸ ਲਈ ਅਸੀਂ ਆਏ ਹਾਂ ਸ਼ੈਮ 10ਵੀਂ ਆਇਤ ਦੇ ਵਿੱਚ, ਸ਼ੈਮ ਦੇ ਵੰਸ਼ ਦਾ ਲੇਖਾ ਇਸ ਤਰ੍ਹਾਂ ਹੈ, ਹਰ ਦੇ 200 ਸਾਲ ਦੇ ਪਿੱਛੋਂ ਸ਼ੈਮ 200 ਸਾਲ ਪਿੱਛੋਂ ਸ਼ੈਮ 100 ਸਾਲ ਦਾ ਸੀ ਤਾਂ ਉਸਦੇ ਘਰ ਅਰਪਖਸ਼ਦ ਨੇ ਜਨਮ ਲਿਆ,
ਔਰ ਉਸਦੇ ਪਿੱਛੋਂ ਸ਼ੈਮ 500 ਸਾਲ ਜਿਉਂਦਾ ਰਿਹਾ ਅਤੇ ਉਸਦੇ ਹੋਰ ਵੀ ਪੁੱਤਰ ਧੀਆਂ ਸੀ। ਲੇਕਿਨ ਅਰਕਸ਼ਦ 35 ਸਾਲ ਦਾ ਸੀ ਜਦੋਂ ਉਸਦੇ ਘਰ ਸ਼ਲਹ ਨੇ ਜਨਮ ਲਿਆ। ਸ਼ਲਹ ਜਨਮ ਦੇ ਪਿੱਛੋਂ ਅਰਕਸ਼ਦ 403 ਸਾਲਾਂ ਤੱਕ ਜਿਉਂਦਾ ਰਿਹਾ। ਉਸਦੇ ਹੋਰ ਵੀ ਪੁੱਤਰ ਧੀਆਂ ਸਨ। ਸ਼ਲਹ 30 ਸਾਲਾਂ ਦਾ ਸੀ ਜਦੋਂ ਉਸਦੇ ਘਰ ਏਬਰ ਨੇ ਜਨਮ ਲਿਆ। ਏਬਰ ਦੇ ਜਨਮ ਦੇ ਪਿੱਛੋਂ ਸ਼ਲਹ 403 ਸਾਲਾਂ ਤੱਕ ਜਿਉਂਦਾ ਰਿਹਾ ਅਤੇ ਉਸਦੇ ਹੋਰ ਵੀ ਧੀਆਂ ਪੁੱਤਰ ਸਨ। ਏਬਰ 34 ਸਾਲ ਦਾ ਸੀ ਜਦੋਂ ਉਸਦੇ ਘਰ ਪਲਗ ਨੇ ਜਨਮ ਲਿਆ। ਪਲਗ ਦੇ ਜਨਮ ਦੇ ਪਿੱਛੋਂ ਏਬਰ 430 ਸਾਲ ਜਿਉਂਦਾ ਰਿਹਾ। ਉਸਦੇ ਹੋਰ ਵੀ ਪੁੱਤਰ ਧੀਆਂ। ਪਲਗ 30 ਸਾਲਾਂ ਦਾ ਸੀ ਜਦੋਂ ਉਸਦੇ ਘਰ ਰਊ ਨੇ ਜਨਮ ਲਿਆ। ਰਊ ਦੇ ਜਨਮ ਦੇ ਪਿੱਛੋਂ ਪਲਗ 209 ਸਾਲ ਜਿਉਂਦਾ ਰਿਹਾ ਅਤੇ ਉਸਦੇ ਹੋਰ ਵੀ ਧੀਆਂ ਪੁੱਤਰ ਸਨ। ਰਊ 32 ਸਾਲ ਦਾ ਸੀ ਜਦੋਂ ਉਸਦੇ ਘਰ ਸਰੁਗ ਨੇ ਜਨਮ ਲਿਆ। ਸਰੁਗ ਦੇ ਜਨਮ ਦੇ ਪਿੱਛੋਂ ਰਊ 207 ਸਾਲਾਂ ਤੱਕ ਜਿਉਂਦਾ ਰਿਹਾ। ਉਸਦੇ ਹੋਰ ਵੀ ਪੁੱਤਰ ਧੀਆਂ ਸਨ। ਸਰੁਗ 30 ਸਾਲ ਦਾ ਸੀ ਜਦੋਂ ਉਸਦੇ ਘਰ ਨਾਹੌਰ ਨੇ ਜਨਮ ਲਿਆ। ਨਾਹੌਰ ਦੇ ਜਨਮ ਦੇ ਪਿੱਛੋਂ ਸਰੁਗ 200 ਸਾਲ ਤੱਕ ਜਿਉਂਦਾ ਰਿਹਾ। ਉਸਦੇ ਹੋਰ ਵੀ ਪੁੱਤਰ ਧੀਆਂ ਸਨ। ਨਾਹੌਰ 29 ਸਾਲ ਦਾ ਸੀ ਜਦੋਂ ਉਸਦੇ ਘਰ ਤਾਰਾ ਨੇ ਜਨਮ ਲਿਆ। ਤਾਰਾ ਦੇ ਜਨਮ ਦੇ ਪਿੱਛੋਂ ਨਾਹੌਰ 119 ਸਾਲ ਤੱਕ ਜਿਉਂਦਾ ਰਿਹਾ। ਉਸਦੇ ਹੋਰ ਵੀ ਪੁੱਤਰ ਧੀਆਂ ਸਨ। ਤਾਰਾ 70 ਸਾਲ ਦਾ ਸੀ ਜਦੋਂ ਉਸਦੇ ਘਰ 3 ਪੁੱਤਰਾਂ ਨੇ ਅਬਰਾਮ, ਨਾਹੌਰ ਅਤੇ ਹਾਰਾਨ ਨੇ ਜਨਮ ਲਿਆ। ਔਰ ਹਾਂ ਜਾ ਕੇ ਅਸੀਂ ਦੇਖਦੇ ਹਾਂ ਕਿ ਤਾਰਾ ਉੱਥੇ ਹੀ 205 ਸਾਲਾਂ ਦਾ ਹੋ ਕੇ ਮਰ ਗਿਆ। ਜਿਸ ਜਗ੍ਹਾ ਦੇ ਉੱਤੇ ਹੁਣ ਅਸੀਂ ਖੜੇ ਹਾਂ ਉੱਥੇ ਤਾਰਾ ਵੀ ਮਰ ਚੁੱਕਾ ਔਰ ਉਸਦਾ ਜਿਹੜਾ ਨਾਹੌਰ ਵੀ ਮਰ ਚੁੱਕਾ, ਸਰੁਗ ਵੀ ਮਰ ਚੁੱਕਾ, ਰਊ ਵੀ ਮਰ ਚੁੱਕਾ ਔਰ ਜਿਹੜਾ ਪਲਗ ਆ ਬੇਸਿਕਲੀ ਰਊ ਤੱਕ ਤਾਂ ਸਾਰੇ ਮਰ ਚੁੱਕੇ। ਨੋਹਾ ਨੇ ਜਿਹੜੀ ਆਪਣੀ ਬਰਕਤ ਦਿੱਤੀ ਸੀ ਉਹ ਦਿੱਤੀ ਸੀ ਆਪਣੇ ਪੁੱਤਰ ਅਰਕਸ਼ਦ ਮਰਨ ਤੋਂ ਪਹਿਲਾਂ, ਜਿਹੜੀ ਉਹਦੇ ਕੋਲ ਸੀ। ਹੁਣ ਇੱਥੇ ਜਿਸ ਲਈ ਅਸੀਂ ਆਉਨੇ ਆ ਇਸ ਦੀ 16ਵੀਂ ਆਇਤ ਤੇ, ਤਾਂ ਅਰਕਸ਼ਦ ਹਾਲੇ ਜਿੰਦਾ ਔਰ ਇੱਥੇ ਜਿਸ ਲਈ ਅਸੀਂ ਅੱਗੇ ਆਉਨੇ ਆ ਤਾਂ ਨੋਹਾ ਦਾ ਪੋਤਾ ਅਰਕਸ਼ਦ 438 ਸਾਲ ਦਾ ਹੋ ਕੇ ਉਹ ਮਰਿਆ ਇਸ਼ਮਾਇਲ ਦੇ ਜਨਮ ਤੋਂ ਬਾਅਦ। ਔਰ ਪ੍ਰਭੂ ਦੇ ਵਚਨ ਦੇ ਵਿੱਚ ਜਿਹੜੇ ਯਹੂਦੀ ਲੋਕ ਆ ਉਹ ਮਲਕੀਸਦਕ ਨੂੰ ਇਸ ਤਰ੍ਹਾਂ ਲੈਂਦੇ, ਉਹ ਕਹਿੰਦੇ ਕਿ ਜਿਹੜਾ ਸ਼ੈਮ ਦੇ ਨਾਂ ਦੇ ਉੱਤੇ ਯਰੂਸ਼ਲਮ ਦਾ ਜਿਹੜਾ ਨਾਮ ਪਿਆ ਸੀ ਔਰ ਉਸ ਇਲਾਕੇ ਦੇ ਵਿੱਚ ਜਿਸ ਵੇਲੇ ਨੋਹਾ ਮਰ ਗਿਆ ਤਾਂ ਅਰਕਸ਼ਦ ਉਸ ਇਲਾਕੇ ਦੇ ਵਿੱਚ ਰਹਿੰਦਾ ਸੀ। ਔਰ ਕਿਉਂਕਿ ਉਸ ਦੀ ਲਿਨੀਅਜ ਦੇ ਵਿੱਚ ਬਹੁਤ ਸਾਰੇ ਜਿਹੜੇ ਉਹਦੇ ਤੋਂ ਬਹੁਤ ਛੋਟੇ ਸੀ, ਉਸਦਾ ਪੋਤਾ ਗਾਂ ਉਸਦੇ ਪੋਤੇ ਦਾ ਪੋਤਾ, ਉਸ ਦਾ ਮੁੰਡਾ, ਉਹ ਸਾਰੇ ਮਰ ਚੁੱਕੇ। ਸੋ ਜਿਹੜੀ ਹੁਣ ਬਰਕਤ ਉਹ ਕਿਹਨੂੰ ਦੇਵੇ? ਸੋ ਜਿਸ ਵੇਲੇ ਉਸਨੇ ਸੁਣਿਆ ਕਿ ਅਬਰਾਮ ਨੂੰ ਪ੍ਰਭੂ ਨੇ ਸੰਤਾਨ ਦੇਣ ਦਾ ਵਾਅਦਾ ਕੀਤਾ ਹੈ, ਅਬਰਾਮ ਨੂੰ ਪ੍ਰਭੂ ਦਰਸ਼ਨ ਦੇ ਰਿਹਾ ਔਰ ਇਸ ਕਰਕੇ ਅਬਰਾਮ ਆਪਣੇ ਲੋਕਾਂ ਨੂੰ ਛੱਡ ਕੇ ਚਲਾ ਗਿਆ, ਤਾਂ ਉਹ ਜਰੂਸਲਮ ਤੋਂ ਜਿਹੜੀ ਉਹਨੂੰ ਬਰਕਤ ਮਿਲੀ ਸੀ ਆਪਣੇ ਪੁਰਖੇ ਤੋਂ, ਨੋਹਾ ਤੋਂ ਮਿਲੀ ਸੀ, ਉਹ ਬਰਕਤ ਉਹਦੇ ਲਈ ਲੈ ਗਿਆ ਸੀ। ਔਰ ਇਸ ਕਰਕੇ ਅਸੀਂ ਉੱਥੇ ਇਹ ਦੇਖਦੇ ਹਾਂ ਕਿ ਉਸ ਨੂੰ ਪ੍ਰਭੂ ਦਾ ਪ੍ਰੋਹਤ ਹੋਣ ਦੇ ਨਾਤੇ ਵੀ, ਕਿਉਂਕਿ ਉਹਦੇ ਕੋਲ ਬਰਕਤ ਆ, ਉਸਨੇ ਉਸਨੂੰ ਦਸਵੰਧ ਦਿੱਤਾ। That was the reason. ਜਿਸ ਲਈ ਅਸੀਂ ਖਾਸ ਕਰਕੇ ਹੁਣ ਅਸੀਂ ਯਹੂਦੀ, ਅਸੀਂ ਤਾਂ ਹੁਣ ਜਿੱਦਾਂ ਜਿਹੜੇ ਵਚਨ ਚ ਜਾਂਦੇ ਹਾਂ, ਸਾਡੇ ਅੰਦਰ ਖਾਸ ਹੀ ਫਰੀਸੀਆਂ ਦੇ ਲਈ, ਸਦੂਕੀਆਂ ਦੇ ਲਈ, ਧਰਮ ਗ੍ਰੰਥੀਆਂ ਦੇ ਲਈ, ਕਿਉਂਕਿ ਉਹਨਾਂ ਨੇ ਪ੍ਰਭੂ ਯਿਸੂ ਨੂੰ ਆਪ ਕਿਹਾ, ਪ੍ਰਭੂ ਯਿਸੂ ਨੇ ਏਦਾਂ ਕੀਤਾ।
लेकिन दिस वाज नॉट इट। प्रभु का वचन उन्होंने लोगों ने बड़ा बचा बचा के रखा और प्रभु के वचन ਨੂੰ जिस तरीके ਦੇ ਨਾਲ ਜਦੋਂ ਉਹ ਖੋਲਦੇ ਆ ਤਾਂ ਪੁਰਾਣੇ ਨਿਯਮ ਚੋਂ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਸਮਝ ਆਉਂਦੀਆਂ। ਸੋ ਜਿਸਲੇ ਯਹੂਦੀ ਇਸ ਬਰਕਤ ਦੀ ਗੱਲ ਕਰਦੇ ਪਏ ਆ ਤਾਂ ਉਹ ਇਹ ਕਰਦੇ ਆ ਕਿ ਅਰਪਸ਼ਦ ਨੇ ਜਿਸਲੇ ਉਸ ਨੂੰ ਪਤਾ ਲੱਗਾ ਕਿ ਅਬਰਾਹਮ ਨੂੰ ਪ੍ਰਭੂ ਨੇ ਬਰਕਤ ਦਿੱਤੀ ਆ ਤੇ ਉਸ ਵੇਲੇ ਉਹ ਜਿਹੜੀ ਬਰਕਤ ਉਸ ਨੂੰ ਮਿਲੀ ਸੀ ਕਿਉਂਕਿ ਉਸ ਰਾਊ ਤੋਂ ਲੈ ਕੇ ਤਾਰਾ ਤੱਕ ਬਾਕੀ ਸਾਰੇ ਮਰ ਚੁੱਕੇ ਆ, ਉਹ ਖਾਨਦਾਨ ਦਾ ਹਿੱਸਾ ਜਿਹੜਾ ਖਤਮ ਹੋ ਚੁੱਕਾ ਹੈ। ਇਸ ਕਰਕੇ ਉਹ ਬਰਕਤ ਜਿਹੜੀ ਉਹ ਆਪਣੀ ਪੜਪੋਤਾ ਜੋ ਵੀ ਤੁਸੀਂ ਉਸ ਨੂੰ ਕਹਿਣਾ ਉਹਦੇ ਲਈ ਉਹ ਲੈ ਕੇ ਆਇਆ। ਔਰ ਜਿਸ ਲਈ ਉਹ ਉਸ ਨੂੰ ਉਹ ਬਰਕਤ ਦੇ ਕੇ ਚਲਾ ਗਿਆ, ਉਧਰੋਂ ਇਸ਼ਮਾਇਲ ਪੈਦਾ ਹੋਇਆ, ਉਧਰੋਂ ਉਹ ਮਰ ਗਿਆ। ਔਰ ਅਸੀਂ ਜਿੱਦਾਂ ਮੈਂ ਤੁਹਾਨੂੰ ਕਿਹਾ ਸੀ ਕਿ ਵਚਨ ਦੇ ਵਿੱਚ ਅਸੀਂ ਪੀਕਾਂ ਦੇ ਨਹੀਂ ਇਸ਼ਮਾਇਲ ਦੇ ਜਨਮ ਤੋਂ ਬਾਅਦ ਉਹ ਮਰ ਗਿਆ। ਕਾਰਨ ਇਹ ਸੀ ਕਿ ਹਾਜਰਾ ਨੇ ਆਪਣੀ ਗਲਤੀ ਦੇ ਨਾਲ ਆਪਣੀ ਬਰਕਤ ਵੰਡੀ। ਇਸੇ ਅੱਜ ਅਸੀਂ ਜਿੰਨਾ ਵੀ ਮੁਸਲਮਾਨ ਕੰਟਰੀ ਦੇਖਦੇ ਪਏ ਹਾਂ, ਅਗਰ ਇਸ ਵਰਸ ਨੂੰ ਤੁਸੀਂ ਧਿਆਨ ਦੇ ਨਾਲ ਦੇਖੋਗੇ, ਜਿਹੜੀ ਬਰਕਤ ਉਹਨੂੰ ਦਿੱਤੀ ਆ ਉਹ ਬਿਲਕੁਲ ਸਹੀ ਇਹਨਾਂ ਦਿਨਾਂ ਦੇ ਵਿੱਚ ਪੂਰੀ ਹੋ ਰਹੀ ਹੈ। ਅਗਰ ਦੇਖੋ स्वर्गदूत ने 9वीं आयत देखो, इत्थों हुण खुलूगी सारी चीज। हाजरा 7वीं आयत, प्रभु दे एक स्वर्गदूत ने हाजरा नूं जंगल दे विच सूर दी थां दे लागले चश्मे कोल जा लगे। उसने हाजरा नूं कहा, हे सराई दी दासी हाजरा, तू कित्थों आई है ते कित्थे जाना? और जिसले असी इस्लाम की नजर दे नाल देखते हैं तो वो कहते हैं कि जिस वेले सराई तो हाजरा दौड़ी आ तो जंगल ने उसनूं छुपा लिया। उस जंगल दे विच उसनूं जिस तरह कि वो कहते कि अल्लाह ने दर्शन दे के ये चीज कही, उसनूं बरकत दित्ती तो उसनूं वापस कर लिया। सो जिसलिए ਅਸੀਂ ਪ੍ਰਭੂ ਦੇ ਵਚਨ ਨੂੰ ਦੇਖਦੇ ਹਾਂ ਕਿ ਉਹ ਇਹ ਕਹਿੰਦੇ ਆ ਕਿ ਉਸ ਜੰਗਲ ਦੇ ਵਿੱਚ ਜਾ ਕੇ ਹਾਜਰਾ ਨੂੰ ਜਾ ਲੱਭਿਆ ਤੇ ਉਸ ਨੂੰ ਪੁੱਛਿਆ, ਤੂੰ ਕਿੱਥੋਂ ਆਈ ਹੈ ਤੇ ਕਿੱਥੇ ਚੱਲੀ? ਤੂੰ ਇਜਿਪਟ ਨੂੰ ਚੱਲੀ ਹੈ? ਸੋ ਇਸ ਚੀਜ਼ ਦੇ ਵਿੱਚ ਪ੍ਰਭੂ ਨੇ ਉਸ ਨੂੰ ਬਹੁਤ ਕੁਝ ਪੁੱਛਿਆ। ਤੂੰ ਆਪਣੀ ਮਾਲਕਣ ਤੋਂ ਦੌੜ ਕੇ ਆਈ ਆ? तू उस इजिप्ट दे हुण वापस चले आ जिथे तैनूं जिथों कढ दिता गया सी, क्योंकि तू उत्थे रहण दे योग नहीं रही। उसने कहा सी कि सराई दे हथ नूं और इन्हां अब्राहम दे हथ इन्हां जिहड़े लोक आए जिहड़ी जिहड़ी चीज इन्हां ने छुई आ वो सारियां चीजां इन्हां नूं दे दित्तियां जाण, सारे इन्हां नूं वो जानवर दे दित्ते जाण, नौकर नौकराणियां दे दित्ते जाण और उन्होंने सारियां नूं इत्थों बाहर कढ दिता जाए। तू हुण उत्थे चली कि तैनूं वो एक्सेप्ट करन, पर तू की जानदी है तेरे कोल कौन? अब्राहम दे वादे तो बाद बच्चा पैदा होया, लेकिन ये वादे दी संतान नहीं, ये वादे दी संतान नहीं। सो उसने की किया? उसने उसनूं वादे दी संतान नहीं किया, लेकिन उसनूं यही किया। पर स्वर्गदूत ने उसनूं कहा, तू उस कोल वापस जा अते उस दे अधीन रह, देख मैं तेरी संतान नूं इन्नी वधावांगा कि इसदी कोई गिनती नहीं कर सकेगा। अज मसीहियां तो बाद जिन्हां दी सब तो ज्यादा गिनती है वो मुस्लिम समाज। इसकी गिनती कोई नहीं कर सकेगा। तेरे पुत्र पैदा होएगा, तू उसका नाम इश्माइल रखना, क्योंकि प्रभु ने तेरे दुख दी तेरी पुकार सुनी है। तेरा पुत्र जंगली गधे की तरह रहेगा,
ਉਹ ਹਰ ਇੱਕ ਦੇ ਵਿਰੁੱਧ ਉੱਠੇਗਾ ਅਤੇ ਹਰ ਕੋਈ ਉਸ ਦੇ ਵਿਰੁੱਧ ਉੱਠੇਗਾ। ਅੱਜ ਦੇ ਸਮੇਂ 'ਚ ਦੇਖ ਲਓ ਕੀ ਹੋ ਰਿਹਾ, ਸਾਰੀਆਂ ਚੀਜ਼ਾਂ ਹੋ ਰਹੀਆਂ। ਉਹ ਸਾਰਿਆਂ ਦੇ ਵਿਰੁੱਧ ਉੱਠਦੇ ਆ ਔਰ ਸਾਰੇ ਉਹਨਾਂ ਦੇ ਵਿਰੁੱਧ ਉੱਠਦੇ ਆ। ਦੁਨੀਆ ਦਾ ਕਿਹੜਾ ਦੇਸ਼ ਦੇਸ਼ ਦੀ ਫੌਜ ਹੈ ਜਿਹੜੀ ਅੱਜ ਮਿਡਲ ਈਸਟ ਜਾ ਕੇ ਨਹੀਂ ਲੜਦੀ ਪਈ? 9/11 ਤੋਂ ਬਾਅਦ ਕਿੰਨੀਆਂ ਫੌਜਾਂ ਗਈਆਂ, ਕਿੱਥੇ ਕਿੱਥੇ ਲੜ ਕੇ ਆਈਆਂ। ਕੀ ਈਰਾਨ ਆ, ਕੀ ਇਰਾਕ ਆ, ਕੀ ਯਮਨ ਆ, ਸਭ ਇਲਾਕਿਆਂ ਦੇ ਵਿੱਚ ਉਹਨਾਂ ਦੀਆਂ ਫੌਜਾਂ। ਔਰ ਕਿਉਂਕਿ ਸ਼ੈਮ ਦੀ ਬਰਕਤ ਇਹ ਵੀ ਆ ਕਿ ਯਾਫਤ ਤੇਰੇ ਨਾਲ ਤੇਰੇ ਤੰਬੂ ਦੇ ਵਿੱਚ ਰਹੇਗਾ ਔਰ ਤੇਰੇ ਲਈ ਬਰਕਤ ਦਾ ਕਾਰਨ ਹੋਏਗਾ ਔਰ ਤੂੰ ਉਸ ਦੇ ਲਈ। ਪਰ ਕਨਾਨ ਉਸ ਦੀ ਵੀ ਗੁਲਾਮੀ ਕਰੇਗਾ। ਸੋ ਅੱਜ ਅਸੀਂ ਸ਼ੈਮ ਦੇ ਖਾਨਦਾਨ ਨੂੰ ਔਰ ਉਸਦੇ ਨਾਲ ਨਾਲ ਯਾਫਤ ਦੇ ਤੋਂ ਜਿਹੜੀਆਂ ਨਸਲਾਂ ਪੈਦਾ ਹੋਈਆਂ ਔਰ ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਜੋ ਅਬਰਾਹਮ ਦੀ ਸੰਤਾਨ ਬਣੇ, ਅੱਜ ਉਹਨਾਂ ਨੂੰ ਅਸੀਂ ਇੱਕ ਤੰਬੂ ਦੇ ਵਿੱਚ ਦੇਖਦੇ ਹਾਂ। ਔਰ ਦੂਸਰੇ ਤੰਬੂ ਦੇ ਵਿੱਚ ਇਸ ਵੇਲੇ ਇਸ਼ਮਾਇਲ ਔਰ ਉਸਦਾ ਖਾਨਦਾਨ ਜੋ ਉਹਨਾਂ ਦੇ ਨਾਲ ਲੜਦਾ ਪਿਆ ਔਰ ਉਹ ਉਹਨਾਂ ਦੇ ਨਾਲ। ਇਸ ਹਿਸਟੋਰੀਕਲ, ਇਹ ਸਾਡੀਆਂ ਅੱਖਾਂ ਦੇ ਸਾਹਮਣੇ। ਮੈਪ ਚੁੱਕ ਕੇ ਦੇਖ ਲਓ, ਮੈਪ ਚੁੱਕ ਕੇ ਅੱਜ ਤੁਸੀਂ ਜਰੂਸਲਮ ਨੂੰ ਦੇਖ ਲਓ, ਇਜ਼ਰਾइल ਨੂੰ ਦੇਖ ਲਓ। ਅਗਰ ਅਸੀਂ ਇਜ਼ਰਾइल ਨੂੰ ਲਾਲ ਰੰਗ ਦਈਏ ਕਿਉਂਕਿ ਪ੍ਰਭੂ ਯਿਸੂ ਮਸੀਹ ਦਾ ਲਹੂ ਉੱਥੇ ਡੁੱਲਿਆ, ਤੇ ਉਸਦੇ ਆਲੇ ਦੁਆਲੇ ਜਿੰਨੇ ਵੀ ਕੰਟਰੀ ਆ ਸਾਰੇ ਹਰੇ ਰੰਗ ਦੇ, ਜਿਨ੍ਹਾਂ ਨੇ ਉਹਨੂੰ ਕਿਹਾ ਹੈ। ਔਰ ਉਸ ਨੂੰ ਬਚਾਉਣ ਦੇ ਲਈ ਬਾਹਰੋਂ ਜੈਫਤ ਦੀ ਸੰਤਾਨ ਜਾਂਦੀ ਹੈ ਜੋ ਉਸ ਨੂੰ ਮਾਨ ਬਚਾਉਂਦੀ। ਸੋ ਕੀ ਜਿਹੜੀ ਨੋਹਾ ਨੇ ਬਰਕਤ ਦਿੱਤੀ ਉਹ ਐਵੇਂ ਸੀ? It has a deep meaning, ਬਹੁਤ ਡੂੰਘਾ ਮਤਲਬ। ਜੋ ਉਸਨੇ ਬਰਕਤ ਤੇ ਸਰਾਪ ਦਿੱਤਾ ਉਹ ਅਸੀਂ ਅੱਜ ਸਾਡੀਆਂ ਅੱਖਾਂ ਦੇ ਸਾਹਮਣੇ ਸਾਰਾ ਪੂਰਾ ਹੋ ਰਿਹਾ। ਸੋ ਇੱਥੇ ਤੁਸੀਂ ਬੇਸਿਕਲੀ ਕਹਿ ਸਕਦੇ ਆ ਕਿ ਇਸਲਾਮ ਦੀ ਜਿਹੜੀ ਨੀਂਹ ਆ ਉਹ ਰੱਖੀ ਗਈ। ਸੰਤਾਨ ਉਹ ਵੀ ਆਪਣੇ ਆਪ ਨੂੰ ਅਬਰਾਹਮ ਦੀ ਕਹਿੰਦੇ, ਸੰਤਾਨ ਉਹ ਵੀ ਆਪਣੇ ਆਪ ਨੂੰ ਅਬਰਾਹਮ ਦੀ ਕਹਿੰਦੇ, ਪਰ ਉਹ ਇਸ਼ਮਾਇਲ ਦੇ ਰਾਹੀਂ ਕਹਿੰਦੇ। ਲੇਕਿਨ ਅਸੀਂ ਜਿਸ ਵੇਲੇ ਆਪਣੇ ਪ੍ਰਭੂ ਦੇ ਵਚਨ ਦੇ ਅਨੁਸਾਰ ਕੇ ਦੇਖਦੇ ਹਾਂ ਤੇ ਪ੍ਰਭੂ ਨੇ ਉਸ ਨੂੰ ਬਰਕਤ ਵਾਲੀ ਉਹ ਵਾਅਦੇ ਦੀ ਸੰਤਾਨ ਨਹੀਂ ਕਿਹਾ, ਬਰਕਤ ਦੀ ਸੰਤਾਨ ਜ਼ਰੂਰ ਕਿਹਾ ਕਿ ਇਹਦੇ ਰਾਹੀਂ ਤੇਰੇ ਤੋਂ ਪੁੱਤਰ ਪੈਦਾ ਹੋਏਗਾ, ਉਸ ਦੀਆਂ ਕਾਂ ਸੰਤਾਨਾਂ ਪੈਦਾ ਹੋਣਗੀਆਂ। ਇਹ ਪ੍ਰਭੂ ਨੇ ਉਸਨੂੰ ਜ਼ਰੂਰ ਕਿਹਾ, ਲੇਕਿਨ ਇਸ ਨੂੰ ਉਸਨੇ ਵਾਅਦੇ ਦੀ ਸੰਤਾਨ। ਇੱਥੇ ਇੱਕ ਬਹੁਤ ਵੱਡਾ ਲੈਸਨ ਹੈ। ਜਿਸ ਵੇਲੇ ਪ੍ਰਭੂ ਤੁਹਾਡੇ ਦਿਲ ਦੇ ਨਾਲ ਗੱਲ ਕਰੇ ਔਰ ਕੋਈ ਸਾਨੂੰ ਵਾਅਦਾ ਦੇਵੇ, ਉਹ ਸਾਨੂੰ ਇਸ ਤਰ੍ਹਾਂ ਦਿਸੇ ਕਿ ਇਹ ਮੇਰੀ ਸਮਝ ਤੋਂ ਬਾਹਰ ਆ। ਮੈਂ 83 ਸਾਲ ਦਾ ਇੱਥੇ 84 ਸਾਲ ਦਾ ਉਹ ਬਜ਼ੁਰਗ ਆ, 74 ਸਾਲ ਦੀ ਮੇਰੀ ਵਾਈਫ ਹੈ, ਕਿੱਦਾਂ ਹੋ ਸਕਦਾ? ਔਰ ਉਹ ਵੀ ਲਗਾਤਾਰ 1 ਸਾਲ ਉਹਦੇ ਪਿੱਛੇ ਪਈ ਰਹੀ। ਤੇ ਤੈਨੂੰ ਸਾਡੀ ਟ੍ਰੈਡੀਸ਼ਨ ਨਹੀਂ ਪਤਾ? ਤੈਨੂੰ ਪਤਾ ਆ ਕਿ ਸਾਡੇ ਕੀ ਰਿਵਾਜ?
उसने तैनू संतान देन दिया, मैनू नहीं किया। और वैरी लगातार उसके मन दे विच एक चीज पा रहा कि उसनू संतान की भुख है, एब्सोल्यूटली भुख, लेकिन वो उसनू अपने तरीके दे नाल, उसने अपना तरीका इहदे विच यूज करन दी। जिसले प्रभु कोई काम करदा ते उस साडे तरीके, उन्हें साडे तरीके नहीं बदले। सो उसने हर काम अपने तरीके दे नाल करना। प्रभु दा वादा मिलन, वादा पूरा होने तक गब्बे जिहड़ा समा हुंदा वो बहुत चैलेंजिंग, उसदे विच बहुत सौखे रस्ते आउंदे, बाईपास होंदे, और सारा ने बाईपास चुनिया और उसने अपनी संतान तो पैदा हुई सन, दोनों में एक ही बच्चा पैदा होया, उहदे इसहाक पैदा होया, उहदे इशमाइल पैदा होया, एक बच्चा पैदा होया। लेकिन एक ऐसी उसने दुश्मनी पैदा कर दी जिहड़ी अज तक चल रही है और मसीह दे आउण तक चलती रहे, मसीह दे द्वारा आउण तक चलती रहेगी, क्योंकि प्रभु ने इशमाइल दे खानदान चों भी बहुत लोग बचाए, उन्हें उहदे खानदान चों भी बहुत लोग बचाए, क्योंकि प्रभु तो सारे जगत दे लई आया। इसनूं इन्हां नूं तो बरकत मिली है, बस यहूदियां तो बरकत मिली कि इन्हां दे घर आया, वो अपनियां दे कोल आया, पर अपनियां ने उसनूं स्वीकार ना किया, पर जिन्नियां ने उसनूं स्वीकार किया उसनूं उन्हां ने उसने परमेश्वर दी संतान होण दा अधिकार दिता। अगर बाइबल नूं सारी नूं समझना है ते ये आयत बहुत जरूरी, यूहन्ना दा जिहड़ा पहला भाव है ना उसनूं समझना बहुत जरूरी है, फिर बाइबल समझना। बाइबल खुलण लग पैंदी, वो खोल दिंदा सारी बाइबल। सो प्रभु नूं तां इशमाइल दे संतान दा भी फिकर है, उसनूं कनान दी संतान दा भी फिकर, उसनूं हाम दी संतान दा भी फिकर। प्रभु नूं कल्ला शैम दी औलाद दा नहीं फिकर, शैम तो उस वादे नूं लैके अगे तुरिया, उसने अपने पुत्र नूं दिता, पर पुत्र नूं जिसले पता लगा कि कौन परमेश्वर की आवाज सुनता पिया ते कौन नहीं सुनता पिया, ते उसनूं पता लगा कि अब्राहम दे नाल प्रभु ने गल कीती है। उस बुढ़ापे तक उसने बड़ी लंबी उम्र तक उसने उस बरकत को अपने कोल साम के रखा, और फिर जिसलिए उसनूं इस चीज का पक्का हो गया कि इहो ही उसने चुने, उसनूं आके उसने अपनी बरकत दी, उसनूं दाख साड़ दी, उसनूं रोटी दी। और बड़ा इत्थे बड़ा एक राजियां दी एक उल्ट चीज है जिहड़ी इत्थे पढ़दे पए, जदों आ देखो 17वीं आयत विच आ जाओ, इत्थों देखते हैं दोबारा। जदों अब्राहम कदार ला उमर अते उसदे साथी राजियां नूं हार दे के मुड़ रहा सी, तां सदूम दा राजा सवेह दी वादी अर्थात राजा दी वादी दे विच मिलन दे लई अब्राहम नूं अगे आया। शालेम दे राजा मलक सिदक भी रोटी अते दाखसार लैके अब्राहम दे कोल आया। वो परम प्रधान परमेश्वर का महापुरोहित सी। क्यों महापुरोहित सी? उसको बरकत सी।
उसको प्रभु की बरकत सी। उसने ਇਹ ਕਹਿ ਕੇ ਅਬਰਾਮ ਨੂੰ ਸੀਸ ਦਿੱਤੀ, ਪਰਮ ਪ੍ਰਧਾਨ ਪਰਮੇਸ਼ਰ ਜੋ स्वर्ग ਅਤੇ ਧਰਤੀ ਦਾ ਰਚਨਹਾਰ ਹੈ ਅਬਰਾਮ ਨੂੰ ਅਸੀਸ ਦੇਵੇ। ਉਸੇ ਪਰਮੇਸ਼ਰ ਦੀ ਮਹਿਮਾ ਹੋਵੇ ਜਿਸਨੇ ਤੈਨੂੰ ਤੇਰੇ ਵੈਰੀਆਂ ਤੇ ਜਿੱਤ ਦਿੱਤੀ ਹੈ। ਅਬਰਾਮ ਨੇ ਮਲਕ ਸਿਦਕ ਨੂੰ ਆਪਣੀ ਲੁੱਟ ਦਾ 10ਵਾਂ ਹਿੱਸਾ ਦਾਨ ਦੇ ਤੌਰ ਤੇ ਦਿੱਤਾ। ਔਰ ਅਸੀਂ ਇੱਕ ਮਹਾਪੁਰੋਹਿਤ ਨੂੰ ਜੋ ਮਿਲਣਾ ਚਾਹੀਦਾ ਉਸ ਨੂੰ ਮਿਲ ਰਿਹਾ। ਪ੍ਰਭੂ ਦੇ ਪੁਰੋਹਿਤ ਨੂੰ ਜੋ ਮਿਲਣਾ ਚਾਹੀਦਾ ਸੀ ਉਸ ਨੂੰ ਮਿਲ ਰਿਹਾ। और वो अपनी बरकत आके अब्राहम को दे गया। और जिस साल इश्माइल पैदा होया उस साल उसकी मौत। सो ये तां जिहड़ा जूइश उहदां दे विच दो एक कबाला कल्चर है, एक हैगा सदूकियां दा कल्चर। उन्हां दा मनना ये सी, ਉਹਨਾਂ ਦਾ ਮੰਨਣਾ ਇਹ ਸੀ। ਮੇਕ ਨੋ ਡਿਫਰੈਂਸ, ਅਸੀਂ ਦੋਨੇ ਪਾਸਿਓਂ ਮੰਨ ਸਕਦੇ ਹਾਂ ਕਿ ਪ੍ਰਭੂ ਦੇ ਇੱਕ ਬੰਦਾ ਘੱਲਿਆ ਜਿਹੜਾ ਸ਼ਾਲੇਮ ਦੇ ਵਿੱਚ ਯਰੂਸ਼ਲਮ ਦੇ ਇਲਾਕੇ ਦੇ ਵਿੱਚ ਰਹਿੰਦਾ ਸੀ। ਉਹ ਪ੍ਰਭੂ ਦਾ ਮਹਾਪੁਰਖ ਸੀ, ਪ੍ਰਭੂ ਨੂੰ ਜਾਣਨ ਵਾਲਾ ਸੀ। ਔਰ ਉਸਨੇ ਮਲਕੀਸੇਦਕ ਨੇ ਆ ਕੇ ਉਸਨੂੰ ਰੋਟੀ ਤੇ ਦਾਖਸਾਰ ਦਿੱਤੀ ਜੋ ਪ੍ਰਭੂ ਯਿਸੂ ਨੂੰ ਦਾ ਨਿਸ਼ਾਨ ਸਾਨੂੰ ਦੱਸਦਾ, ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਵੀ ਸਾਨੂੰ ਉਹੀ ਰੋਟੀ ਤੇ ਉਹੀ ਦਾਖਸਾਰ ਦਿੱਤੀ। ਸੋ ਅਸੀਂ ਜਿਸ ਵੇਲੇ ਇੱਥੋਂ ਲੈ ਕੇ ਅਸੀਂ ਗਾਂ ਜਾ ਕੇ ਚਾਰੇ ਗੋਸਪਲਾਂ ਦੇ ਈਵਨ ਐਂਡ ਦੇ ਵਿੱਚ ਵੀ ਜਿਸ ਲਈ ਜਾਂਦੇ ਹਾਂ ਤਾਂ ਇਹ ਦੋ ਚੀਜ਼ਾਂ ਰਲਦੀਆਂ ਪਈਆਂ, ਉਤਪਤ ਤੇ ਮਸੀਹ ਦਾ ਪਹਿਲੀ ਵਾਰੀ ਆਉਣਾ ਰਲਦਾ ਪਿਆ। ਉਹ ਸਾਰੀਆਂ ਚੀਜ਼ਾਂ ਅਸੀਂ ਇੱਕ ਏਕਤਾ ਦੇ ਵਿੱਚ ਦੇਖਦੇ ਪਏ ਹਾਂ, ਇੱਕ ਸੁਰ ਦੇ ਵਿੱਚ ਦੇਖ ਸਕਦੇ ਹਾਂ। ਔਰ ਇਹਨਾਂ ਸਾਰਿਆਂ ਹਿੱਸਿਆਂ ਨੂੰ ਬਾਕੀਆਂ ਨੂੰ ਅਸੀਂ ਮੋਤੀ ਦੇ ਵਾਂਗ ਪਰੋ ਸਕਦੇ ਹਾਂ ਪ੍ਰਭੂ ਦੀ ਸੱਚਾਈ ਦੇ ਵਿੱਚ। ਸੋ ਦੋਨੋਂ ਪਾਸੇ ਅਗਰ ਤੁਸੀਂ ਇਹ ਮੰਨਣਾ ਮੰਗਦੇ ਆ ਕਿ ਉਹ ਨੋਹਾ ਦਾ ਪੋਤਾ ਤੇ ਸ਼ੈਮ ਦਾ ਪੁੱਤ ਸੀ ਜਿਹੜਾ ਆਇਆ ਔਰ ਉਸਨੂੰ ਬਰਕਤ ਦੇ ਕੇ ਗਿਆ, it is also right because ਸ਼ੈਮ ਉਸ ਇਲਾਕੇ ਦੇ ਵਿੱਚ ਰਹਿੰਦਾ ਸੀ। ਉਹਦੇ ਨਾਮ ਤੇ ਜਿਹੜਾ ਯਰੂਸ਼ਲਮ ਦਾ ਇਲਾਕਾ ਜਿਸ ਨੂੰ ਅੱਜ ਅਸੀਂ ਯਰੂਸ਼ਲਮ ਕਹਿੰਦੇ ਆ ਉਹ ਵਸਿਆ ਸੀ। ਔਰ ਉਸਦੀ ਸੰਤਾਨ ਨੋਹਾ ਦੀ ਸੰਤਾਨ ਸ਼ੈਮ ਤੇ ਉਸਦਾ ਪੁੱਤਰ ਅਰਫਸ਼ਦ ਉਸ ਇਲਾਕੇ ਦੇ ਵਿੱਚ ਰਹਿੰਦਾ ਸੀ ਔਰ ਉੱਥੋਂ ਆ ਕੇ ਉਸਨੇ ਇਸ ਨੂੰ ਬਰਕਤ ਦਿੱਤੀ ਹੈ। ਇਸ ਫਾਈਨ ਜਾਂ ਅਸੀਂ ਇਹ ਕਰੀਏ ਕਿ ਉਸ ਸ਼ਾਲੇਮ ਦੇ ਇਲਾਕੇ ਦੇ ਵਿੱਚੋਂ ਯਰੂਸ਼ਲਮ ਜਿਸ ਨੂੰ ਅਸੀਂ ਕਹਿੰਦੇ ਆ ਕੇ ਮਹਾਪੁਰੋਹਿਤ ਨੇ ਉਸਨੂੰ ਬਰਕਤ ਦਿੱਤੀ ਹੈ। ਇਸ ਸੇਮ ਸਟਿਲ ਨੋਹਾ ਦੇ ਖਾਨਦਾਨ ਦੇ ਵਿੱਚੋਂ ਆ ਕੇ ਉਹਦੇ ਆਪਣੇ ਖਾਨਦਾਨ ਦੇ ਵਿੱਚੋਂ ਆ ਕੇ ਕਿਸੇ ਨੇ ਉਸਨੂੰ ਬਰਕਤ ਦਿੱਤੀ। ਸੋ ਦੇਖੋ ਅਸੀਂ ਪੜ੍ਹਦੇ ਹਾਂ ਅਬਰਾਹਮ ਦੇ ਬਾਰੇ ਪਰ ਹਾਲੇ ਵੀ ਨੋਹਾ ਦਾ ਸਾਰਾ ਕੁਝ ਚੱਲਦਾ ਪਿਆ ਉਸੇ ਨੋਹਾ ਦੇ ਪੁੱਤਰਾਂ ਦਾ, ਨੋਹਾ ਦੇ ਜਿਹੜੇ ਤਿੰਨ ਕਬੀਲੇ ਜਿਹੜੇ ਚੱਲਦੇ ਪਏ ਉਹ ਸਾਰੀਆਂ ਚੀਜ਼ਾਂ ਦੇਖੋ ਬਰਾਬਰ ਚੱਲਦੀਆਂ ਪਈਆਂ। ਇੱਥੇ ਆ ਕੇ ਸਾਨੂੰ ਪ੍ਰਭੂ ਦੇ ਵਚਨ ਦੀਆਂ ਸੱਚਾਈਆਂ ਦੱਸਣਾ ਜਿਸ ਲਈ ਅਸੀਂ ਇਹਨਾਂ ਨੂੰ ਖੋਲ ਕੇ ਦੇਖਦੇ ਹਾਂ। ਸੋ ਕੱਲ ਨੂੰ ਅਸੀਂ 17ਵੇਂ ਭਾਗ ਤੇ ਜਾਵਾਂਗੇ। ਸੋ ਇਹਦੇ ਅਖੀਰ ਦੇ ਵਿੱਚ 16ਵੇਂ ਭਾਗ ਦੇ ਅਖੀਰ ਦੇ ਵਿੱਚ ਇੱਥੇ ਲਿਖ ਲਓ 1881 ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ। ਔਰ ਬਾਕੀ ਅਸੀਂ ਕੱਲ ਨੂੰ ਦੇਖਾਂਗੇ। प्रभु जी तेरा बहुत शुक्र करते हैं, तेरी दया, तेरे प्यार, तेरे रहम लिए। मेरे मालिक दुश्मन दे कोल तो वही एक हथियार है प्रभु जी, उसका झूठ जो सानू बहुत उस वेले सही लगता। हवा नूं भी प्रभु जी बिल्कुल सही लगा सी कि फल खाना साडे लई चंगा होएगा ते उसने अपने पति नूं दिता। वादा तू प्रभु जी पति दे नाल कीता सी, हवा दे नाल नहीं सी कीता। तो प्रभु जी उत्थे भी असी बंडे गए और अगे आके प्रभु जी सराई ने प्रभु दा वादा खुदाबंद हाजरा दे नाल बंडिया, वो बरकत उसने बांट ली।
ਤਾਂ ਅੱਜ ਪ੍ਰਭੂ ਜੀ ਉਹ ਸਾਰੀਆਂ ਚੀਜ਼ਾਂ ਅਸੀਂ ਦੇਖਦੇ ਪਏ। ਅਸੀਂ ਕਾਇਨ ਦੀ ਸੰਤਾਨ ਤਾਂ ਨਹੀਂ ਦੇਖੀ, ਪਰ ਇਸ਼ਮਾਇਲ ਦੀ ਸੰਤਾਨ ਜ਼ਰੂਰ ਦੇਖ ਰਹੇ ਹਾਂ, ਔਰ ਉਹ ਸਾਰੀਆਂ ਚੀਜ਼ਾਂ ਦੇਖ ਰਹੇ, ਉਹ ਸਾਰੀ ਕਤਲੋ ਗਾਰਦ ਦੇਖ ਰਹੇ, ਉਹ ਨਫ਼ਰਤ ਦੇਖ ਰਹੇ। ਪਿਆਰੇ ਪ੍ਰਭੂ, ਤੇਰਾ ਸ਼ੁਕਰ ਹੈ ਕਿ ਤੂੰ ਉਹਨਾਂ ਦੇ ਵਿੱਚੋਂ ਵੀ ਬਹੁਤਿਆਂ ਨੂੰ ਬਚਾਉਣਾ, ਬਰਕਤ ਦੇਣੀ ਮੰਗ, ਕਿਉਂਕਿ ਇਹ ਬੇੜਾ ਨੋਹਾ ਦਾ ਬੇੜਾ ਨਹੀਂ, ਇਹ ਤੇਰੇ ਆਪਣੇ ਪੁੱਤਰ ਦਾ ਬੇੜਾ ਹੈ, ਜੋ ਬਹੁਤਿਆਂ ਨੂੰ ਲੈ ਕੇ ਪਾਰ ਲੰਘੇਗਾ। ਇਹ ਪਾਣੀ ਦੀ ਝੀਲ ਨਹੀਂ, ਇਹ ਅੱਗ ਦੀ ਝੀਲ ਹੈ ਪ੍ਰਭੂ ਜੀ, ਜਿਸ ਤੋਂ ਪਾਰ ਲੈ ਕੇ ਤੇਰਾ ਹੀ ਬੇੜਾ ਲੈ ਕੇ ਸਾਨੂੰ ਪਾਰ ਲੰਘ ਸਕਦਾ। ਇਸ ਸਮੇਂ ਨੂੰ ਅਸੀਂ ਤੇਰੇ ਹੱਥਾਂ ਦੇ ਵਿੱਚ ਲੈਂਦੇ ਹਾਂ। ਕੱਲ ਨੂੰ ਪ੍ਰਭੂ ਜੀ ਅਸੀਂ ਬਹੁਤ ਵੱਡੀਆਂ ਚੀਜ਼ਾਂ ਤੇਰੇ ਵਚਨ ਦੇ ਵਿੱਚੋਂ ਦੇਖਾਂਗੇ, ਮਾਫੀ ਦੇਖਾਂਗੇ, ਆਪਣੀਆਂ ਦੁਆਵਾਂ ਦੇਖਾਂਗੇ, ਆਪਣੀਆਂ ਦੁਆਵਾਂ ਦਾ ਛੋਟਾਪਨ ਦੇਖਾਂਗੇ। ਪਿਆਰੇ ਪ੍ਰਭੂ, ਹੁਣ ਤੋਂ ਲੈ ਕੇ ਅਸੀਂ ਦੁਆਰਾ ਜਦ ਤੱਕ ਮਿਲੀਏ, ਤੇਰਾ ਰਹਿਮ ਸਾਡੇ ਸਭ ਦੇ ਨਾਲ, ਤੇਰੀ ਦਇਆ ਸਾਡੇ ਸਭ ਦੇ ਨਾਲ, ਤੇਰੀ ਸ਼ਾਂਤੀ ਸਾਡੇ ਸਭ ਦੇ ਨਾਲ, ਤੇਰਾ ਪਿਆਰ ਸਾਡੇ ਸਭ ਦੇ ਨਾਲ। ਮਸੀਹ ਯਿਸੂ ਦੇ ਮਿੱਠੇ ਨਾਮ ਦੇ ਵਿੱਚ ਔਰ ਸਾਰੇ ਭੈਣ ਭਰਾ ਕੇ ਆਮੀਨ। ਬਲੈਸ ਯੂ। ਪ੍ਰਭੂ ਤੁਹਾਨੂੰ ਬਰਕਤ ਦੇ ਔਰ ਤੁਹਾਡੇ ਸਾਥ ਦੇ ਨਾਲ।